ਸਤਿ ਸ਼੍ਰੀ ਅਕਾਲ, ਤੁਸੀਂ ਬਣੇ ਹੋਏ ਹੋ ਦ ਟੀਵੀ ਐਨਆਰਆਈ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ। ਮਾਰਨਿੰਗ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਨਾਲ। ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਇਹਨਾਂ ਸੁਰਖੀਆਂ ਤੇ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਦੀਪ ਸਿੱਧੂ। ਅੰਮ੍ਰਿਤਸਰ 'ਚ ਸ਼ਵੇਤ ਮਲਿਕ ਨੇ ਬੀਜੇਪੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਬੈਠਕ। ਭਾਰਤੀ ਸੈਨਾ ਨੇ ਅਰੁਣ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ। ਐਕਸਾਈਜ਼ ਵਿਭਾਗ ਨੂੰ ਮਿਲੀ ਕਾਮਯਾਬੀ, ਬੰਦ ਕੋਠੀ 'ਚੋਂ 100 ਪੇਟੀਆਂ ਅਵੈਧ ਸ਼ਰਾਬ ਬਰਾਮਦ। ਰੂਪਨਗਰ ਦੇ ਨੈਸ਼ਨਲ ਹਾਈਵੇ ਤੇ ਸਥਿਤ ਯੂਕੋ ਬੈਂਕ ATM ਦੇ ਵਿੱਚੋਂ ਚੋਰ 5 ਲੱਖ ਰੁਪਏ ਚੋਰੀ ਕਰ ਹੋਏ ਫਰਾਰ। ਆਓ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਇਹਨਾਂ ਖਬਰਾਂ ਤੇ। 6 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੱਖੇ ਗਏ ਕਾਰਜਕ੍ਰਮ ਦੌਰਾਨ ਪੰਜਾਬੀ ਅਦਾਕਾਰ ਦੀਪ ਸਿੱਧੂ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਖਾਲਿਸਤਾਨ ਦੀ ਨਹੀਂ ਬਲਕਿ ਖੁਦ ਮੁਖਤਿਆਰ ਦੀ ਕਰਦੇ ਨੇ ਮੰਗ। 6 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਹਰ ਸਾਲ 6 ਜੂਨ ਨੂੰ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਜਾਂਦੀ ਹੈ, ਜਿਸ ਵਿੱਚ ਵੀ ਸਿੱਖ ਸੰਗਤ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਕਈ ਨਾਮੀ ਚਿਹਰੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਅਰਦਾਸ ਬੇਨਤੀ ਕਰਦੇ ਨੇ, ਜਿਸ ਦੇ ਚੱਲਦੇ ਅੱਜ ਬਾਲੀਵੁੱਡ ਅਦਾਕਾਰ ਦੀਪ ਸਿੱਧੂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਨੌਜਵਾਨਾਂ ਨੂੰ, ਸਾਡੇ ਪੰਜਾਬ ਦੇ ਬਸ਼ਿੰਦਿਆਂ ਨੂੰ, ਲੋਕਾਂ ਨੂੰ ਬੇਨਤੀ ਕਰੀਏ ਵੀ ਵੱਧ ਤੋਂ ਵੱਧ ਉੱਥੇ ਪਹੁੰਚੀਏ, ਬੈਠੀਏ ਤੇ ਕਿਸਾਨ ਲੀਡਰਸ਼ਿਪ ਜਦੋਂ ਕੋਈ ਪ੍ਰੋਗਰਾਮ ਦੇਵੇ ਫਿਰ ਉਸ ਹਿਸਾਬ ਨਾਲ ਆਪਾਂ ਅੱਗੇ ਐਕਟ ਕਰਾਂਗੇ। ਨਹੀਂ, ਅੱਜ ਸ਼ਹੀਦਾਂ ਨੂੰ ਆਪਾਂ ਉਹਨਾਂ ਦੀ ਯਾਦ 'ਚ ਜੀ ਉਹਨਾਂ ਨੂੰ ਨਤਮਸਤਕ ਹੋਣ ਆਏ ਹਾਂ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਤਮਸਤਕ ਹੋਣ ਆਏ ਆ ਤਾਂ ਕਿ ਅਸੀਂ ਉਹੋ ਜਿਹੇ ਵਰਤਾਰਿਆਂ ਤੋਂ ਹੁਣ ਸਿੱਖੀਏ, ਉਹਨੂੰ ਨਸੂਰ ਨਾ ਬਣਾਈਏ, ਸੂਰਜ ਬਣਾਈਏ, ਉਹ ਤੋਂ ਸੇਧ ਤੇ ਸਿੱਖਿਆ ਲਈਏ ਤੇ ਇੱਕ ਜੋ ਇਸ ਸਥਾਨ ਤੋਂ ਇੱਕ ਸਾਂਝੀਵਾਲਤਾ ਦਾ ਤੇ ਸੱਚ ਦਾ ਤੇ ਆਪਸ 'ਚ ਜਿਹੜੀ ਆਪਾਂ ਕਹੀਏ ਵੀ ਇੱਕ ਦੂਜੇ ਨਾਲ ਸਾਨੂੰ ਚੰਗਾ ਰਿਸ਼ਤਾ ਬਣਾ ਕੇ ਰੱਖਣ ਦਾ ਸੁਨੇਹਾ ਹਮੇਸ਼ਾ ਹੀ ਮਿਲਦਾ। ਜਦੋਂ ਦਰਬਾਰ ਸਾਹਿਬ ਆਉਣੇ ਆ ਤੇ ਗੁਰੂ ਸਾਹਿਬ ਕੋਲੇ ਆ ਕੇ ਨਤਮਸਤਕ ਹੁੰਦੇ ਆ, ਫਿਰ ਉੱਥੇ ਤਾਂ ਸਾਡਾ ਮਨ ਇੱਕ ਤਾਂ ਚੜ੍ਹਦੀ ਕਲਾ 'ਚ, ਇੱਕ ਉਹਦਾ ਭਾਣੇ ਮੰਨਣ 'ਚ ਹਮੇਸ਼ਾ ਰਹਿਣਾ ਚਾਹੀਦਾ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਗੱਲ ਕੀਤੀ ਉਹ ਨਹੀਂ ਜਾ ਸਕਦੀ। ਲੇਕਿਨ ਹਾਕਮ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਦਾ ਤਸ਼ੱਦਦ ਢਾਇਆ ਗਿਆ ਸੀਗਾ, ਕਿ ਲੱਗਦਾ ਕਿ ਅੱਜ ਵੀ ਭੁੱਲਿਆ ਜਾ ਸਕਦਾ ਉਸ ਤਰ੍ਹਾਂ ਦਾ ਤਸ਼ੱਦਦ? ਨਹੀਂ ਜੀ, ਨਹੀਂ, ਭੁੱਲਿਆ ਤਾਂ ਕਦੇ ਨਹੀਂ ਜਾ ਸਕਦਾ। ਦੇਖੋ, ਜਿਹੜੀਆਂ ਸਾਡੇ ਪੰਜਾਬ ਤੇ ਸਾਡੀ ਕੌਮ ਤੇ ਜਿਸ ਤਰ੍ਹਾਂ ਦਾ ਤਸ਼ੱਦਦ ਉਸ ਟਾਈਮ ਹੋਇਆ, ਇਹ ਜੇ ਕੌਮਾਂ ਭੁਲਾ ਦਿੰਦੀਆਂ ਤਾਂ ਉਹਦੇ ਇਤਿਹਾਸ ਤੋਂ ਮੁਨਕਰ ਹੋ ਜਾਂਦੀਆਂ, ਉਹਨਾਂ ਸ਼ਹੀਦਾਂ ਤੋਂ, ਉਹਨਾਂ ਸ਼ਖਸੀਅਤਾਂ ਤੋਂ ਮੁਨਕਰ ਹੋ ਜਾਂਦੀਆਂ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਲੜਾਈ ਲੜੀ ਆ, ਹੱਕ ਤੇ ਹਕੂਕ ਦੀ ਲੜਾਈ ਲੜੀ ਆ ਲੋਕਾਂ ਨੇ। ਸੋ ਸਰਕਾਰਾਂ ਨੇ ਤਾਂ ਹਮੇਸ਼ਾ ਹੀ ਤਸ਼ੱਦਦ ਕੀਤੇ ਆ, ਪਰ ਸਾਡੇ ਜਿਹੜੇ ਦੇਖੋ ਜੁਝਾਰੂ ਬੰਦੇ ਆ, ਉਹਨਾਂ ਨੇ ਇਤਿਹਾਸ 'ਚ ਇੱਕ ਆਪਦੀ ਥਾਂ ਬਣਾ ਲਈ ਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਤੋਂ ਸਬਕ ਵੀ ਲੈਣਾ, ਸਬਕ ਹੀ ਲੈਣਾ ਵੀ ਕਿਸ ਤਰ੍ਹਾਂ ਅਸੀਂ ਆਪਦੇ ਹੱਕਾਂ ਦੀ ਲੜਾਈ, ਆਪਦੀ ਆਵਾਜ਼ ਬੁਲੰਦ ਕਰੀਏ, ਉਹਨਾਂ ਤੋਂ ਪ੍ਰੇਰਨਾ ਵੀ ਲੈਣੀ ਆ ਤੇ ਸੇਧ ਵੀ ਲੈਣੀ ਆ। ਇਹ ਸਾਰੇ ਵਰਤਾਰੇ ਤੋਂ ਅਸੀਂ ਤਾਂ ਹੀ ਇਹ ਕਿਹਾ ਵੀ ਇਹ ਨਸੂਰ ਨਹੀਂ ਹੈ, ਸਾਡੇ ਲਈ ਤਾਂ ਸੂਰਜ ਆ। ਅਸੀਂ ਇਹ ਤੋਂ ਨਸੂਰ ਹੁੰਦਾ ਜਿਹੜਾ ਥੋੜੀ ਰਿਸਦਾ ਰਹੇ, ਉਹ ਤੁਹਾਨੂੰ ਦਰਦ ਦਿੰਦਾ ਰਹੇ। ਸਾਨੂੰ ਦਰਦ ਨਹੀਂ ਦਿੰਦਾ, ਸਾਨੂੰ ਪ੍ਰੇਰਨਾ ਤੇ ਸੇਧ ਦਿੰਦੀ ਆ ਇਹ ਸਾਰੀ ਜਿਹੜੀ ਗੱਲ ਉਸ ਵੇਲੇ ਵਾਪਰੀ 84 'ਚ। ਤੇ ਇਸੇ ਕਰਕੇ ਉਹ ਜਿਹੜੇ ਸ਼ਹੀਦ ਹੋਏ ਅੱਜ ਆਪਦੀਆਂ ਜਾਨਾਂ ਵਾਰ ਕੇ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸੇ ਆਵਾਜ਼ ਨੂੰ ਬੁਲੰਦ ਰੱਖ ਸਕਣ। ਸ਼੍ਰੋਮਣੀ ਕਮੇਟੀ ਵੱਲੋਂ ਤੁਸੀਂ ਇਹਦੇ ਤੋਂ ਇਹ ਦੇਖ ਸਕਦੇ ਹੋ ਵੀ ਅੱਜ ਦੀ ਡੇਟ 'ਚ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਆਈ ਹੈ ਨਾ ਕੌਮ 'ਚ, ਉਹ ਬਹੁਤ ਬਾਕਮਾਲ ਆ। ਉਹ ਕਲੈਕਟਿਵ ਕੌਨਸ਼ੀਅਸਨੈਸ ਸਾਨੂੰ ਇਹ ਵੀ ਸਿਖਾਉਂਦੀ ਆ ਵੀ ਅਸੀਂ ਹੁਣ ਇੱਕ ਹੋ ਜਾਈਏ, ਹੁਣ ਨਿਖੜੀਏ ਨਾ, ਖਿੰਡੀਏ ਨਾ ਰਹੇ, ਹੈ ਨਾ। ਸੋ ਇਸ ਕਰਕੇ ਦੇਖੋ, ਬੜਾ ਜ਼ੋਰ ਲਾਇਆ ਸਰਕਾਰਾਂ ਨੇ, ਬਹੁਤ ਜ਼ੋਰ ਲਾਇਆ ਵੀ ਇਹਨੂੰ ਭੁੱਲ ਜਾਓ, ਇਹਨੂੰ ਯਾਦ ਨਾ ਕਰੋ, ਪਰ 37 ਸਾਲਾਂ ਬਾਅਦ ਉਹ ਬੀੜ ਮਹਾਰਾਜ ਦੀ ਕੱਢਣੀ ਪਈ ਨਾ, ਦਿਖਾਉਣੀ ਪਈ। ਅੱਜ ਤੱਕ ਇਹਨਾਂ ਨੇ ਕੀ ਕੀਤਾ ਤੁਸੀਂ ਦੇਖੋ, ਜ਼ਿਲ੍ਹਿਆਂ ਵਾਲੇ ਬਾਗ 'ਚ ਜਿਹੜੇ ਗੋਲੀਆਂ ਦੇ ਨਿਸ਼ਾਨ ਆ, ਕਿਵੇਂ ਜਾਲੀਆਂ ਲਾ ਕੇ ਉਹਨਾਂ ਨੇ ਸੁਰੱਖਿਅਤ ਰੱਖੇ ਆ। ਕਿਉਂ? ਸਾਨੂੰ ਸਭ ਪਤਾ ਕਿਉਂ, ਕਿਉਂਕਿ ਇਹ ਇੰਡੀਆ ਦੇ ਉਸ 'ਚ ਆਜ਼ਾਦੀ 'ਚ, ਪਰ ਇੱਥੇ ਵੀ ਤਾਂ ਹੱਕ ਤੇ ਹਕੂਕ ਦੀ ਗੱਲ ਹੋਈ। ਜਿਹੜੀਆਂ 300 ਗੋਲੀਆਂ ਵੱਜੀਆਂ ਸੀ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਆ, ਹੁਣ ਐਡੀ ਅਜ਼ਮਤ ਹੋਵੇ, ਉਹਦੀ ਸ਼ਾਨੋ ਸ਼ੌਕਤ ਹੋਵੇ, 300 ਗੋਲੀਆਂ ਵੱਜੀਆਂ। ਤੁਸੀਂ ਦੇਖੋ ਅੱਜ ਸਾਡੇ ਕੋਲੇ ਕੋਈ ਨਿਸ਼ਾਨ ਹੈਗਾ? ਸਭ ਇਸ ਕਰਕੇ ਸਭ ਤੋਂ ਪਹਿਲੀ ਗੱਲ ਜਦੋਂ ਸਾਨੂੰ ਸਮਝਣੀ ਪਊ ਨਾ, ਇਹ ਤਾਂ ਕੌਮ ਨੇ ਹਿੱਕ ਦੀ ਜ਼ੋਰ ਤੇ ਲੜਾਈ ਲੜੀ ਆ 37 ਸਾਲ ਤੇ ਉਹ 84 ਵੇਲੇ, ਉਦੋਂ ਬਾਅਦ 37 ਸਾਲ ਸਾਡੀਆਂ ਸੰਸਥਾਵਾਂ ਨੇ ਸਾਡਾ ਸਾਥ ਨਹੀਂ ਦਿੱਤਾ। ਪਹਿਲਾਂ ਸਾਨੂੰ ਸੰਸਥਾਵਾਂ ਨੂੰ ਵੀ ਨਾਲ ਲੈਣਾ ਪਊਗਾ। ਇੰਡੀਵਿਜੂਅਲੀ
ਬੜੀ ਇੱਕ ਲਿਮਿਟੇਸ਼ਨ ਹੁੰਦੀ ਹੈ ਬੰਦਿਆਂ ਲਈ ਲੜਾਈ ਲੜਨ ਦੀ, ਪਰ ਵਾਕਈ ਇਸ ਕੌਮ ਨੂੰ ਬਹੁਤ ਵੱਡਾ ਸਿਹਰਾ ਜਾਂਦਾ। ਹਿੱਕ ਦੇ ਜ਼ੋਰ ਤੇ ਲੜੇ ਅੱਜ ਤੱਕ ਸਰਕਾਰਾਂ ਦੇ ਉਲਟ ਖੜ ਕੇ। ਅੱਜ ਕਲੈਕਟਿਵ ਕੌਨਸ਼ੀਅਸਨੈਸ ਦੇਖੋ ਕਿਸ ਤਰ੍ਹਾਂ ਕਿਸ ਲੈਵਲ ਤੇ ਕੌਮ ਚ ਆ ਗਈ ਹੈ। ਬਾਈ ਜੀ, ਜੇ ਦੇਖੋ ਗੱਲ ਇਹ ਹੈ ਨਾ, ਉੱਥੇ ਵੀ ਹੱਕ ਤੇ ਹਕੂਕ ਦੀ ਗੱਲ ਹੋ ਰਹੀ ਹੈ, ਇੱਥੇ ਵੀ ਹੱਕ ਤੇ ਹਕੂਕ ਦੀ ਗੱਲ ਹੋਈ ਸੀ। ਜਿੱਥੇ ਹੱਕ ਤੇ ਹਕੂਕ ਦੀ ਗੱਲ ਹੁੰਦੀ ਹੈ ਉੱਥੇ ਪ੍ਰਮਾਤਮਾ ਵਸਦਾ। ਇਸ ਲਈ ਆਪਾਂ ਜੇ ਇਹ ਕਹੀਏ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਸ ਸਟੇਜ ਵੱਲੋਂ, ਜਾਂ ਇੱਥੇ ਜਿਵੇਂ ਆਪਾਂ ਮਨਾ ਰਹੇ ਹਾਂ ਇਸ ਦਿਹਾੜੇ ਨੂੰ, ਹਨਾ, ਜਾਂ 84 ਚ ਜੋ ਸਾਡੇ ਨਾਲ ਵਾਪਰਿਆ, ਇਹਨੂੰ ਜਿੱਥੇ ਹੱਕ ਤੇ ਹਕੂਕ ਦੀ ਗੱਲ ਹੋਵੇ, ਜਿੱਥੇ ਸੰਘਰਸ਼ੀ ਲੋਕ ਬੈਠੇ ਹੋਣ, ਉਹਨਾਂ ਸਾਰਿਆਂ ਨੂੰ ਇਹ ਸਾਨੂੰ ਦਿਹਾੜਾ ਤੇ ਇਹ ਹਫਤਾ ਮਨਾਉਣਾ ਚਾਹੀਦਾ। ਸ਼ਿਵ ਸੈਨਾ ਆਗੂ ਸੰਦੀਪ ਸਿੱਧੂ ਦਾ ਕਹਿਣਾ ਹੈ ਕਿ ਦੀਪ ਸਿੱਧੂ ਖਾਲਿਸਤਾਨ ਦੇ ਨਾਅਰੇ ਲਗਾ ਰਹੇ ਨੇ, ਦੀਪ ਸਿੱਧੂ ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਨਹੀਂ ਜੀ, ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੀਪ ਸਿੱਧੂ ਨੇ ਹਮੇਸ਼ਾ ਖੁਦ ਮੁਖਤਿਆਰੀ ਦੀ ਗੱਲ ਕੀਤੀ ਹੈ, ਫੈਡਰਲ ਢਾਂਚੇ ਦੀ ਗੱਲ ਕੀਤੀ ਹੈ, ਹਨਾ, ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਕਰਨ ਦੀ ਗੱਲ ਕੀਤੀ ਹੈ। ਹੁਣ ਜਿਹੜੀ ਵੀ ਗੱਲ ਕਿਤੋਂ ਹੋਰ ਆਉਂਦੀ ਆ, ਮੰਨ ਲਓ ਖਾਲਿਸਤਾਨ ਦੀ, ਜਿਹੜੇ ਖਾਲਿਸਤਾਨ ਦੀ ਵੀ ਗੱਲ ਕਰਦੇ ਆ ਭਾਈ, ਜਿਹੜੀਆਂ ਮੈਚੁਰ ਡੈਮੋਕ੍ਰੇਸੀਜ਼ ਹੁੰਦੀਆਂ ਨਾ, ਉਹ ਹਰ ਤਰ੍ਹਾਂ ਦੀ ਐਸਪੀਰੇਸ਼ਨ ਨੂੰ ਅਕੋਮੋਡੇਟ ਕਰਦੀਆਂ, ਹਨਾ। ਸੁਪਰੀਮ ਕੋਰਟ ਵੀ ਸਾਡਾ ਇਹ ਕਹਿੰਦਾ ਵੀ ਇੱਕ ਪੀਸਫੁਲ ਐਸਪੀਰੇਸ਼ਨ, ਜੇ ਖਾਲਿਸਤਾਨ ਦੀ ਗੱਲ ਪੀਸਫੁਲੀ ਕਰ ਰਹੇ ਉਹਦੇ 'ਚ ਕੋਈ ਗਲਤ ਨਹੀਂ ਹੈ। ਜੇ ਸੁਪਰੀਮ ਕੋਰਟ ਨਹੀਂ ਰੋਕ ਰਿਹਾ ਤਾਂ ਮੈਨੂੰ ਲੱਗਦਾ ਕੋਈ ਹੋਰ ਸਾਨੂੰ ਰੋਕੇ ਇਸ ਗੱਲ ਤੋਂ, ਕਿਉਂਕਿ ਲੋਕਾਂ ਦੀਆਂ ਭਾਵਨਾ ਬੜੀਆਂ ਹੋ ਸਕਦੀਆਂ ਇੱਕ ਡੈਮੋਕ੍ਰੇਸੀ 'ਚ। ਇਸ ਖਿੱਤੇ 'ਚ, ਇਸ ਦੇਸ਼ 'ਚ ਵੱਖ-ਵੱਖ ਤਰ੍ਹਾਂ ਦੀ ਕੌਮੀਅਤ ਜੁੜ ਕੇ ਇੱਕ ਯੂਨੀਅਨ ਪੈਦਾ ਕੀਤੀ ਗਈ ਹੈ, ਹਨਾ। ਇਤਿਹਾਸ ਨੂੰ ਆਪਾਂ ਸੈਂਸ ਆਫ ਹਿਸਟਰੀ ਨੂੰ ਆਪਦੇ ਅੰਦਰੋਂ ਹੀ ਭੁਲਾ ਦਈਏ। ਸੋ ਉਹਨਾਂ ਐਸਪੀਰੇਸ਼ਨਸ ਨੂੰ ਜੇ ਅਸੀਂ ਕਹਾਂਗੇ ਕੋਈ ਜਗ੍ਹਾ ਹੀ ਨਹੀਂ ਦਿੰਦੇ, ਫਿਰ ਤਾਂ ਸਾਡੀ ਡੈਮੋਕ੍ਰੇਸੀ ਜਾਂ ਸਾਡੀ ਮੈਚੁਰਿਟੀ 'ਚ ਕਮੀ ਹੈ। ਕਿ ਦੀਪ ਸਿੱਧੂ ਖਾਲਿਸਤਾਨ ਦੀ ਮੰਗ ਕਰਦੇ? ਬਾਈ ਜੀ ਨਹੀਂ, ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ, ਦੀਪ ਸਿੱਧੂ ਤਾਂ ਫੈਡਰਲ ਢਾਂਚੇ ਦੀ ਗੱਲ ਕਰਦਾ ਜਦੋਂ ਵੀ ਕਰਦਾ ਜੀ। ਔਰ ਜਦੋਂ ਖਾਲਿਸਤਾਨ ਦੀ ਆਪਾਂ ਗੱਲ ਕਰੀਏ, ਖਾਲਿਸਤਾਨ ਦੀ ਜਿਹੜੇ ਬੰਦੇ ਸਾਡੇ ਮੰਗ ਕਰਦੇ ਆ ਉਹਨਾਂ ਦੀ ਗੱਲ ਵੀ ਸੁਣੋ। ਉਹਨਾਂ ਨੂੰ ਤੁਸੀਂ ਖੂੰਜੇ ਜਿਵੇਂ ਲਾ ਦੇਣਾ ਇਹ ਕਹਿ ਕੇ ਵੀ ਇਹ ਐਂਟੀ ਨੈਸ਼ਨਲ ਆ ਜਾਂ ਇਹ ਦੇਸ਼ ਧਰੋਹੀ ਆ, ਇਹ ਗੱਲ ਤਾਂ ਹੁਣ ਮੇਰੇ ਖਿਆਲ 'ਚ ਸਾਨੂੰ ਸਿੱਖਣੀ ਪਊਗੀ, ਸਾਨੂੰ ਮੈਚੁਰਿਟੀ ਸਿੱਖਣੀ ਪਊਗੀ। ਗੁਰਦੇਵ ਸਿੰਘ ਗੱਲ ਉਹੀ ਆ, ਮੈਂ ਵੀ ਉਦੋਂ ਉਹਨਾਂ ਨੂੰ ਜਿਤਾਉਣ ਲਈ ਬੜੀਆਂ ਵੋਟਾਂ ਮੰਗੀਆਂ ਸੀ, ਬੜਾ ਜ਼ੋਰ ਲਾਇਆ ਸੀ, ਪਰ ਗੱਲ ਉੱਥੇ ਹੀ ਆ ਕੇ ਖੜਦੀ ਆ ਵੀ ਜਦੋਂ ਲੋਕਾਂ ਦੇ ਹੱਕ ਤੇ ਹਕੂਕ ਤੇ ਗੱਲ ਆਉਂਦੀ ਆ, ਉਸ ਵੇਲੇ ਤੁਸੀਂ ਨਾਲ ਖੜਦੇ ਹੋ ਕਿ ਨਹੀਂ ਖੜਦੇ। ਤੁਹਾਨੂੰ ਜਿਤਾਇਆ ਇਸ ਕਰਕੇ ਜਾਂਦਾ ਨਾ ਵੀ ਲੋਕਾਂ ਦੀ ਆਵਾਜ਼ ਤੁਸੀਂ ਜਾਂ ਤਾਂ ਪਾਰਲੀਮੈਂਟ 'ਚ ਲੈ ਕੇ ਜਾਓਗੇ ਜਾਂ ਵਿਧਾਨ ਸਭਾ 'ਚ ਲੈ ਕੇ ਜਾਓਗੇ। ਜੇ ਤੁਸੀਂ ਨਹੀਂ ਲੈ ਕੇ ਜਾ ਰਹੇ ਤਾਂ ਕਿਤੇ ਨਾ ਕਿਤੇ ਤੁਸੀਂ ਆਪਦਾ ਜਿਹੜਾ ਅਸਲ ਮੌਲਿਕ ਫਰਜ਼ ਆ ਜਿੱਤਣ ਤੋਂ ਬਾਅਦ ਇੱਕ ਲੀਡਰ ਬਣ ਜਾਂਦੇ ਹੋ ਇੱਕ ਖਿੱਤੇ ਦੇ, ਉਹ ਨਹੀਂ ਨਿਭਾ ਰਹੇ। ਸੋ ਜਿੰਨਾ ਕਿ ਮੈਂ ਕਰ ਸਕਦਾ ਸੀ, ਜਿੰਨੀ ਮੇਰੀ ਅੰਦਰ ਰੂਹ ਨੇ, ਆਤਮਾ ਨੇ ਆਵਾਜ਼ ਦਿੱਤੀ ਸੀ, ਉਹਨਾਂ ਮੈਂ ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਮੈਂ ਆ ਕੇ ਖੜਾ ਹੋ ਗਿਆ। ਦੀਪ ਸਿੱਧੂ ਨੂੰ ਨਹੀਂ ਜੀ ਨਹੀਂ, ਇਹ ਬਿਲਕੁਲ ਬੇਬੁਨਿਆਦ ਤੇ ਗਲਤ ਗੱਲ ਆ। ਸੋ ਉਹ ਕਿਆਸ ਚੱਲਦੇ ਰਹਿੰਦੇ ਆ, ਪਰ ਸਮਾਂ ਆਉਣ ਤੇ ਸਮਾਂ ਹੀ ਉਹਦਾ ਜਵਾਬ ਦੇ ਦੇ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ, ਦ ਟੀਵੀ NRI। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਦੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਉਪਸਥਿਤ ਹੋ ਕੇ ਕਾਰਜਕਰਤਾਵਾਂ ਦੇ ਨਾਲ ਬੈਠਕ ਕੀਤੀ। ਇਸ ਮੌਕੇ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਤੰਜ ਕੱਸੇ। ਨਵਜੋਤ ਸਿੰਘ ਸਿੱਧੂ ਇਸ ਵੇਲੇ ਬੇਸਹਾਰਾ ਔਰ ਗੁੰਮਸ਼ੁਦਾ ਵਿਅਕਤੀ ਹੈ। ਅੰਮ੍ਰਿਤਸਰ ਦੇ ਵਿੱਚ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਭਾਜਪਾ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਵਿੱਚ ਪ੍ਰੈਸ ਵਾਰਤਾ ਕੀਤੀ ਗਈ। ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਗੁੰਮਸ਼ੁਦਾ ਤੇ ਬੇਸਹਾਰਾ ਨੇ ਅਤੇ ਨਵਜੋਤ ਸਿੰਘ ਸਿੱਧੂ ਅਗਰ ਭਾਜਪਾ ਦੇ ਨਹੀਂ ਬਣੇ ਤਾਂ ਉਹ ਕਿਸੇ ਵੀ ਪਾਰਟੀ ਦੇ ਨਹੀਂ ਬਣ ਸਕਦੇ। ਅੱਗੇ ਸ਼ਵੇਤ ਮਲਿਕ ਨੇ ਕੀ ਕਿਹਾ ਹੈ ਤੁਸੀਂ ਆਪ ਸੁਣ ਲਓ। ਭਾਰਤੀ ਜਨਤਾ ਪਾਰਟੀ ਦਾ ਮੈਂ ਸਮਝਦਾ ਜੀ ਕਿ ਪਾਰਟੀ ਦੇ ਵਿੱਚ ਲੋਕਤੰਤਰ ਹੈ, ਹਰ ਇੱਕ ਦਾ ਆਪਣੇ ਆਪਣੇ ਵਿਚਾਰ ਨੇ। ਮੇਰੇ ਹਿਸਾਬ ਦੇ ਨਾਲ ਪੰਜਾਬ ਔਰ ਕੇਂਦਰ ਦੀ ਬਿਹਤਰੀਨ ਲੀਡਰਸ਼ਿਪ ਹੈ, ਚਾਹੇ ਉਹ ਅੰਮ੍ਰਿਤਸਰ ਦੀ ਲੀਡਰਸ਼ਿਪ ਹੋਵੇ। ਸੁਰੇਸ਼ ਜੀ ਸਾਡੇ ਬੈਠੇ ਹੋਏ ਨੇ, ਜ਼ਿਲ੍ਹਾ ਪ੍ਰਧਾਨ ਨੇ, ਅੱਜ 35 ਸਾਲ ਤੋਂ ਸੇਵਾ ਕਰਦੇ ਪਏ ਨੇ। ਤੁਸੀਂ ਇੱਕ ਡਾਕਟਰ ਰਾਮ ਚਾਵਲਾ ਜੀ ਬੈਠੇ ਨੇ, ਇਹਨਾਂ ਦੇ ਬਲਦੇਵ ਰਾਜ ਜੀ ਚਾਵਲਾ ਪਿਤਾ ਜੀ ਨੇ, ਜਿਹੜਾ ਆਤੰਕਵਾਦ ਦੇ ਪੂਰੀ ਤਰ੍ਹਾਂ ਜਾਂਦੇ। ਮੇਰਾ ਕਹਿਣ ਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਤੁਹਾਨੂੰ ਇੱਕ ਤੋਂ ਇੱਕ ਬਹੁਮੁੱਲ ਹੀਰਾ ਮਿਲੇਗਾ। ਮੇਰੇ ਵਿਚਾਰ
ਉਹਦਾ ਮੈਂ ਉਹਨੂੰ ਹਮੇਸ਼ਾ ਮਾਈਗ੍ਰੇਟਰੀ ਬਰਡ ਬੈਠੋ मैं उन्होंने हमेशा माइग्रेटरी बर्ड कहना और आजकल वो गाना नहीं चलिया है ना तितलियां वाला वो तितली है जो कितने जाके बैठेगी उसका पता कोई नहीं घूमते वो अनटचेबल पर्सनैलिटी बन गया तो वो हर पार्टी चलती है कि नहीं लेना कि जिस पार्टी का लून खाता है वो थाली की चेड़ मैं तो समझना जी मैं किसी की बीमारी बारे तो गल नहीं करांगा मैं विलोह का बहस नहीं करांगा पर एक गल जरूर समझ रहा कि नवजोत सिंह सिद्धू इसलिए बेसहारा और गुमशुदा व्यक्ति है कि आज उन्हें भारतीय जनता पार्टी जिन्हें उन्हें तुरना सिखाया राजनीति लैके आए उन्होंने भी धोखा दिता मोदी जी की पीठी चुरा मारिया जेतली जी की पीठी चुरा मारिया अज वही नवजोत सिंह सिद्धू कांग्रेस जाके भी कल्चर हुई है ਉਹਦੀ ਸ਼ੁਰੂ ਤੋਂ ਕਾਂਗਰਸ ਗਿਆ ਸੀ ਮੁੱਖ ਮੰਤਰੀ ਬਣਨ ਅੱਜ ਮੁੱਖ ਮੰਤਰੀ ਦਾ ਜਿਸਲੇ ਮੈਂ ਪੁੱਛਣਾ ਨਵਜੋਤ ਸਿੰਘ ਸਿੱਧੂ ਨੂੰ ਕਿ 1.5 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਕਿਉਂ ਨਹੀਂ ਹੈ 1.5 ਸਾਲ ਉਹ ਘਰ 'ਚ ਬੈਠ ਕੇ ਆਰਾਮ ਕਰਦਾ ਰਿਹਾ ਔਰ ਉਸ ਦਿਨ ਤੱਕ ਯਾਦ ਨਹੀਂ ਆਈ ਜਿਸ ਦਿਨ ਕੈਪਟਨ ਸਾਹਿਬ ਕੋਲ ਜਾ ਕੇ ਉਹਨਾਂ ਦੇ ਘਰ ਜਾ ਕੇ ਲੰਚ ਕੀਤਾ ਜੱਫੀਆਂ ਪਾਈਆਂ ਚਲੋ ਜੱਫੀਆਂ जफ्फियां तक ही रखो हत्या पता नहीं की है जफ्फियां पाइया और उस तो बाद कहता है साडे सब विरोध जिहड़े ने वो मुक गए ने और वो विरोध की मुके अल्टीमेट तो विरोध की मुके जो कैप्टन अमरिंदर सिंह जी तो मंग की वो मंग पूरी नहीं हुई ते उसे करके अज वो गुरु ग्रंथ साहब जी दी उन्होंने याद आ मलिक साहब भाजपा की रणनीति की होगी 2022 के चुनाव तुसीं ये सारी गल्लां कीतियां भी कांग्रेस ने बेड़ा गर्क करता पंजाब का जनता तक किस तरह जाओगे किसान ਤਾਂ भाजपा ਦੇ ਲੀਡਰਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਰਿਹਾ ਸਾਡੇ ਘਰ ਦੇ ਬਾਹਰ ਵੀ ਕਿਸਾਨ ਲਗਾਤਾਰ ਬੈਠੇ ਹੋਏ ਆ ਅੱਜ ਵੀ ਵਿਰੋਧ ਹੋਇਆ ऐसा है कि भारतीय जनता पार्टी अपनी जो केंद्र की सरकार है उसकी लैके कर जाएगी भारतीय जनता पार्टी की सरकार पंजाब सरकार का जो फेलियर है जो उन्होंने इलैक्शन मैनीफेस्टो का फेलियर है जो उन्होंने गवर्नेंस का फेलियर है वो सारा फेलियर लैके चलता है 4 ਜੂਨ ਨੂੰ ਬੀਬੀ ਕੈਂਟ ਦੇ ਸ਼ੁਭ ਸਮਾਰੋਹ ਦੌਰਾਨ ਸਰਵੋੱਚ ਕੁਰਬਾਨੀ ਦਿੱਤੀ ਸੀ ਅਰੁਣ ਸਿੰਘ ਨੇ ਜਿਨ੍ਹਾਂ ਨੂੰ ਭਾਰਤੀ ਸੈਨਾ ਵੱਲੋਂ ਮਾਨ ਸਨਮਾਨ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਦੱਸ ਦਈਏ ਕਿ ਲੱਕੜ ਦਾ ਪੁਲ ਪਾਰ ਕਰਦੇ ਹੋਏ ਉਹਨਾਂ ਦਾ ਪੈਰ ਫਿਸਲ ਗਿਆ ਸੀ ਜਿਸ ਕਾਰਨ ਉਹ ਨਦੀ ਵਿੱਚ ਗਿਰ ਗਏ ਤੇ ਨਦੀ ਦੇ ਵਿੱਚ ਬਹਿ ਜਾਣ ਕਾਰਨ ਉਹ ਸ਼ਹੀਦ ਹੋ ਗਏ। सेना ने अज सिपाही अरुण सिंह ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਨ੍ਹਾਂ ਨੇ 4 ਜੂਨ 2021 ਨੂੰ ਬੀਬੀ ਕੈਂਟ ਵਿਖੇ ਇੱਕ ਸ਼ੁਭ ਸਮਾਰੋਹ ਦੌਰਾਨ ਜ਼ਿਲ੍ਹਾ ਸ਼ੋਪੀਆਂ ਵਿਖੇ ਸਰਵਉੱਚ ਕੁਰਬਾਨੀ ਦਿੱਤੀ ਸੀ। ਮੇਜਰ ਜਨਰਲ ਅਨੁਪਮ ਭਾਗੀ ਅਧਿਕਾਰਤ ਕੋਰ ਕਮਾਂਡਰ ਅਤੇ ਸਾਰੇ ਸ਼ਖਸੀਅਤਾਂ ਨੇ ਰਾਸ਼ਟਰ ਦੀ ਤਰਫੋਂ ਬਹਾਦਰ ਸਿਪਾਹੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਿਪਾਹੀ ਅਰੁਣ ਸਿੰਘ ਦਾ ਲੱਕੜ ਦੇ ਪੁਲ ਨੂੰ ਪਾਰ ਕਰਦੇ ਹੋਏ ਪੈਰ ਫਿਸਲ ਗਿਆ ਸੀ ਅਤੇ ਉਹ ਇੱਕ ਨਦੀ ਦੇ ਵਿੱਚ ਡਿੱਗ ਗਏ ਸਨ ਅਤੇ ਨਦੀ ਦੇ ਤੇਜ਼ ਵਹਾਅ ਕਾਰਨ ਉਹ ਹੇਠਾਂ ਵਹਿ ਗਏ ਜਿਸ ਤੋਂ ਬਾਅਦ ਸੈਨਿਕਾਂ ਅਤੇ ਸਥਾਨਕ ਲੋਕਾਂ ਦੇ ਵੱਲੋਂ ਅਰੁਣ ਸਿੰਘ ਨੂੰ ਬਾਹਰ ਵੀ ਨਿਕਾਲਿਆ ਗਿਆ ਅਤੇ ਹਸਪਤਾਲ ਵੀ ਲਿਜਾਇਆ ਗਿਆ ਪਰ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਉਹ 26 ਸਾਲਾਂ ਦੇ ਸਨ ਅਤੇ 2016 ਦੇ ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਉਹ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਤਹਿਸੀਲ ਦੇ ਪਿੰਡ ਘੋਮੰਗਣੀ ਨਾਲ ਸੰਬੰਧਿਤ ਸੀ ਅਤੇ ਉਹਨਾਂ ਦੇ ਪਿਤਾ ਅਤੇ ਮਾਤਾ ਜੀ ਅਰੁਣ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਦੇ ਲਈ ਉਹਨਾਂ ਦੇ ਜੱਦੀ ਪਿੰਡ ਲਿਜਾਇਆ ਗਿਆ। ਉੱਥੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਫਤਾਬ ਅਹਿਮਦ ਮੀਰ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨਆਰਆਈ। ਬਠਿੰਡਾ ਦੇ ਪੋਸ਼ ਏਰੀਆ ਮਾਡਲ ਟਾਊਨ ਦੇ ਵਿੱਚ ਬੰਦ ਪਈ ਇੱਕ ਕੋਠੀ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤੇ ਉਸ ਦੌਰਾਨ 100 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਠਿੰਡਾ ਦੇ ਪੋਸ਼ ਇਲਾਕੇ ਮਾਡਲ ਟਾਊਨ ਫੇਸ 4-5 ਦੀ ਬੰਦ ਪਈ ਕੋਠੀ ਵਿੱਚੋਂ ਵੱਡੀ ਮਾਤਰਾ 'ਚ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਮੌਕੇ ਤੇ ਪਹੁੰਚੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤੇ ਬੰਦ ਪਈ ਕੋਠੀ ਵਿੱਚ ਚੱਲ ਰਹੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇਸੀ ਅਤੇ ਮਹਿੰਗੀ ਸ਼ਰਾਬ ਦੀਆਂ 100 ਦੇ ਕਰੀਬ ਪੇਟੀਆਂ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਨੇ। ਉੱਥੇ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ ਤੋਂ ਰਾਕੇਸ਼ ਸ਼ਰਮਾ ਦੀ ਰਿਪੋਰਟ ਟੀਵੀ ਐਨਆਰਆਈ। ਰੂਪਨਗਰ ਦੇ ਪਿੰਡ ਸਿੰਘ ਭਗਵੰਤਪੁਰ ਵਿਖੇ ਨੈਸ਼ਨਲ ਹਾਈਵੇ ਤੇ ਸਥਿਤ ਯੂਕੋ ਬੈਂਕ ਦੇ ਏਟੀਐਮ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਚੋਰਾਂ ਵੱਲੋਂ 5 ਲੱਖ ਦੀ ਨਕਦੀ ਚੋਰੀ ਕਰ ਲਈ ਗਈ ਤੇ ਮੌਕੇ ਤੋਂ ਫਰਾਰ ਹੋ ਗਏ ਨੇ।
ਪੁਲਿਸ ਨੇ ਬੈਂਕ ਦੇ ਮੈਨੇਜਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਦਿਨੋ-ਦਿਨ ਅਪਰਾਧ ਵਧਦੇ ਜਾ ਰਹੇ ਨੇ ਤੇ ਲਗਾਤਾਰ ਚੋਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ। ਤਾਜ਼ਾ ਮਾਮਲਾ ਰੂਪਨਗਰ ਦੇ ਪਿੰਡ ਸਿੰਘ ਭਗਵੰਤਪੁਰਾ ਤੋਂ ਹੈ, ਜਿੱਥੇ ਨੈਸ਼ਨਲ ਹਾਈਵੇ 205 ਤੇ ਸਥਿਤ ਯੂਕੋ ਬੈਂਕ ਦੇ ਏਟੀਐਮ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ। ਇਸ ਦੌਰਾਨ ਚੋਰਾਂ ਵੱਲੋਂ ਏਟੀਐਮ ਵਿੱਚੋਂ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਤੇ ਉਹ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਕਮਲਕਾਂਤ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਸਵੇਰੇ ਉਹ ਬੈਂਕ ਆਏ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਬੈਂਕ ਪ੍ਰਬੰਧਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਸਬੂਤ ਇਕੱਠੇ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੂਪਨਗਰ ਤੋਂ ਸੱਜਣ ਸਿੰਘ सैनी ਦੀ रिपोर्ट द टीवी NRI। हाँ जी सर, क्या नाम है जी आप? मेरा कमलकांत नाम है। अच्छा सर, ये कौन सा बैंक है जहाँ पे ये एटीएम की चोरी हुई है? क्या मामला सारा, कितने बजे हुआ सारा ये? यूको बैंक है सिंह भगवंतपुरा में। तो ये सुबह जब एटीएम खोलने आए तो पता चला यहाँ पे कि बैंक एटीएम जो ओपन था और यह सारा यहाँ पे जो है ये सारा सामान वगैरह सारा बाहर एटीएम मशीन वगैरह तोड़ के बाहर फेंकी हुई थी। तो हमें जैसे आते ही सबसे पहले अपना पुलिस स्टेशन इन्फॉर्म किया इसके रिगार्डिंग। तो सारी कार्यवाही जो उन्होंने की, देखा तो पता चला कि ये अर्ली मॉर्निंग जो है ये 2 से 3 बजे के बीच में सारा ये वारदात हुई है। प्रॉपर प्रोफेशनली तरीके से उन्होंने किया है। ये गैस कटर वगैरह सब कुछ साथ में वो ऑलरेडी लेकर आए थे। सर कैमरे के साथ उन्होंने क्या छेड़छाड़ की और कितने बंदे आए हैं कैमरे में, कितने लोग थे? सीसीटीवी के अकॉर्डिंग 3 लोग थे। उतरते उन्होंने पहले तो कैमरा जो है अपना उस पर स्प्रे वगैरह कर दी ताकि आगे कुछ और विजिबल ना रहे। तो ज़्यादा रिकॉर्डिंग हमें अवेलेबल नहीं हो पाई क्योंकि कैमरे सारे उन्होंने वो कर दिए थे, स्प्रे वगैरह कर दी थी उनके ऊपर। तो ये गाड़ी से किसी से? हाँ जी, हाँ जी। तो ये कितना नुकसान हुआ बैंक का, कितना कैश ले गई है? बैंक का नुकसान देखो, आएंगे मंडे को आना है, जो सर्वेयर आएंगे हमारे वो चेक करेंगे कि फिजिकल डैमेज कितना हुआ है मशीन का, टोटली लॉस है या कुछ इसमें से हो सकता है। कैश कितना बैलेंस था इसमें सर? कैश भी अराउंड इसमें था 5 लाख के अराउंड बैलेंस था इसमें। तो अभी पुलिस को कंप्लेंट आपने कर दी सर? हाँ जी, हाँ जी। ये पहली बार हुआ इस बैंक में या पहले भी ऐसे कभी चोरी हुई है कभी? जहाँ तक मुझे नॉलेज है एटीएम का तो फर्स्ट टाइम हुआ है, बाकी इससे ज़्यादा पहले कभी हुआ होगा तो इतना मुझे नॉलेज नहीं है इसके रिगार्डिंग। हाँ जी सर, ਸਿੰਘ ਬੱਸ ਅੱਡੇ ਦੇ ਵਿੱਚ ਏਟੀਐਮ ਤੇ ਚੋਰੀ ਹੋਈ, ਕੀ ਮਾਮਲਾ, ਕਿਹੜਾ ਬੈਂਕ ਹੈ ਜੀ, ਕਿਵੇਂ ਤੁਹਾਨੂੰ ਸੂਚਨਾ ਮਿਲੀ ਜੀ? ਇੱਕ ਕਮਲਕਾਂਤ ਯੂਕੋ ਬੈਂਕ ਮੈਨੇਜਰ ਸਿੰਘ ਭਗਵੰਤਪੁਰਾ ਦਾ ਬੈਂਕ ਹੈ ਇੱਥੇ, ਉਹਨਾਂ ਨੇ ਇਤਲਾਹ ਦਿੱਤੀ ਸੀ ਕਿ ਸਾਡੇ ਬੈਂਕ ਦੇ ਵਿੱਚ ਜਿਹੜਾ ਏਟੀਐਮ ਹੈ ਉਹਦਾ ਤਾਲਾ ਤੋੜ ਕੇ ਜਿਹੜੀ ਅੰਦਰ ਮਸ਼ੀਨ ਹੈ ਕੈਸ਼, ਜਿਹੜੀ ਏਟੀਐਮ ਮਸ਼ੀਨ ਵਿੱਚ ਕੈਸ਼ ਬਾਕਸ ਹੁੰਦਾ ਹੈ ਉਹ ਮਤਲਬ ਸਿਲੰਡਰ ਉਹਦੇ ਨਾਲ ਗੈਸ ਨਾਲ ਤੋੜ ਕੇ ਕੱਢ ਕੇ ਬਾਹਰ ਕੱਢ ਕੇ ਉਹ 'ਚੋਂ ਕੈਸ਼ ਚੋਰੀ ਕਰਕੇ ਲੈ ਗਏ। ਤਾਂ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਜਿਹੜਾ ਏਟੀਐਮ ਮਸ਼ੀਨ 'ਚੋਂ ਕੈਸ਼ ਬਾਕਸ ਬਾਹਰ ਪਿਆ ਤੇ ਤਾਲਾ ਟੁੱਟਿਆ ਸੀ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੈ ਉਹ ਵੀ ਕੈਮੀਕਲ ਨਾਲ ਖਰਾਬ ਉਹਨਾਂ ਨੇ ਕਰ ਦਿੱਤੇ ਸੀ। ਤੇ ਬੈਂਕ ਅਨੁਸਾਰ ਕਿੰਨਾ ਕੁ ਜਿਹੜਾ ਹੈਗਾ ਜਿਹੜੀ ਕੈਸ਼ ਜਿਹੜੇ ਹੈਗੀ ਆ ਚੋਰੀ ਹੋਇਆ ਤੇ ਅੱਗੇ ਕੀ ਫਰਦਰ ਕਾਰਵਾਈ ਚੱਲ ਰਹੀ ਹੈ ਤੁਹਾਡੀ? ਤਕਰੀਬਨ 5 ਲੱਖ ਰੁਪਈਆ ਬੈਂਕ ਦੇ ਅਨੁਸਾਰ ਚੋਰੀ ਹੋਇਆ ਤੇ ਬਾਕੀ ਟੀਮਾਂ ਬਣਾਈਆਂ ਮੈਂ ਉਸ ਹਿਸਾਬ ਨਾਲ ਆਪਣੀ ਕਾਰਵਾਈ ਕਰ ਰਹੀਆਂ। ਹਜੇ ਅੰਡਰ ਇਨਵੈਸਟੀਗੇਸ਼ਨ ਕੰਮ ਚੱਲ ਰਿਹਾ ਸਾਰਾ। ਅੱਛਾ, FIR ਜਿਹੜੀ ਹੈਗੀ ਕਿਹੜੇ ਧਾਰਾਵਾਂ ਦੇ ਤਹਿਤ ਦਰਜ ਕੀਤੀ ਹੈ ਜੀ? ਇਹ 380 457 IPC ਦੀਆਂ ਪਰਚਾ ਨਾਮਲੂਮ ਵਿਅਕਤੀਆਂ ਨੂੰ ਦਰਜ ਕੀਤਾ ਗਿਆ। ਇਹ ਤਾਂ ਸਨ ਅੱਜ ਦੀਆਂ ਖਾਸ ਖਬਰਾਂ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਵਾਸਤੇ ਬਨੇ ਰਹੋ ਕੈਨੇਡੀਅਨ ਮੀਡੀਆ ਦ TV NRI ਦੇ ਨਾਲ।